ਉਹਨੇ ਕਿਹਾ ਜੀ ਬੇਸ਼ੱਕ ਵਾਇਰ ਵੀ ਬੜੀ ਜ਼ਰੂਰੀ ਸੀ, ਲਾ ਦਿੱਤੀ, ਇਹ ਵੀ ਕਰ ਦਿੱਤੀ, ਪਰ ਇਹ ਸਿਕਿਉਰ ਨਹੀਂ ਹੋ ਰਿਹਾ ਜਿਹੜਾ ਬਾਰਡਰ ਹੈ। ਉਦੋਂ ਹੀ ਹੋਏਗਾ ਕਿ ਜਿਹੜੇ ਮੁਲਕ ਦੇ ਵਫਾਦਾਰ ਨੇ, ਜਦੋਂ ਤੱਕ ਉਹ ਇੱਥੇ ਨਹੀਂ ਵਸਦੇ। ਉਹਨੇ ਕਿਹਾ ਜੀ ਦੇਖੋ BSF ਨੇ ਜਿਹੜੇ ਨੇ 22 ਡਰੋਨ ਮਾਰ ਗਿਰਾਏ ਨੇ, ਡੇਗ ਲਏ ਨੇ। ਹੀ ਐਡਡ that 26,000 kilogram of narcotics and 2,500 arms and ammunition were recovered by the BSF in the past 3 years। ਕੁਛ ਨਾ ਕੁਛ ਐਸਾ ਰਿਝ ਰਿਹਾ ਕਿ ਇਹਨਾਂ ਨੇ ਸਿੱਖਾਂ ਨੂੰ ਉੱਥੋਂ ਅਪਰੂਟ ਕਰਨਾ ਹੈ, ਲਿਆ ਕੇ ਦੂਸਰੇ ਵਸਾਣੇ ਨੇ। ਸ਼ਾਸਤਰੀ ਨੋ ਮੈਟਰ ਉਹ ਇੱਕ ਪੈਟਰੀਓਟਿਕ ਇੰਡੀਅਨ ਸੀ, ਉਹਨੂੰ ਇਹ ਲੱਗਾ ਵੀ ਇੰਡੀਆ ਦੇ ਹੱਕ ਮਹਿਫੂਜ਼ ਤਾਂ ਹੀ ਹੁੰਦੇ ਨੇ ਕਿ ਜੇ ਗੁਜਰਾਤ ਬਾਰਡਰ ਦੇ ਉੱਤੇ ਵੀ ਸਿੱਖਾਂ ਨੂੰ ਬਿਠਾ ਦਿਓ। ਕਿ 65 ਦੇ ਵਿੱਚ ਤਾਂ ਸਿੱਖਾਂ ਨੇ ਅਜੇ ਜੂਨ 84 ਨਹੀਂ ਨਾ ਦੇਖਿਆ ਹੋਇਆ ਸੀ, ਉਦੋਂ ਤੱਕ ਤਾਂ ਉਹਨਾਂ ਦੀ ਲਾਇਲਟੀ ਟੂ ਦਾ ਸਟੇਟ ਸੀ। ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਵਾਲੇ ਸਿੱਖਾਂ ਨੂੰ ਉਜਾੜ ਦਿਓ ਇੱਥੋਂ, ਕਿਉਂਕਿ ਕੱਲ੍ਹ ਨੂੰ ਕੋਈ ਵੀ ਟਕਰਾਅ ਜਿਹੜਾ ਪਾਕਿਸਤਾਨ ਨਾਲ ਹੈ, ਹੁਣ ਸਿੱਖਾਂ ਨੇ ਇੰਡੀਆ ਦੇ ਲਈ ਨਹੀਂ ਲੜਨਾ ਹੈ, ਉਹ ਆਪਣੇ ਖਾਲਿਸਤਾਨ ਲਈ ਲੜਨਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੁਸ਼ਮਣ ਦੇਸ਼ਾਂ ਨਾਲ ਲੱਗਦੀਆਂ ਸਰਹੱਦਾਂ ਤੇ ਦੇਸ਼ ਭਗਤ ਸ਼ਹਿਰੀਆਂ ਨੂੰ ਜਿਹੜਾ ਵਸਾਇਆ ਜਾਣਾ ਚਾਹੀਦਾ ਹੈ। ਕੀ ਭਾਰਤੀ ਹਾਕਮ ਪੰਜਾਬ ਦੇ 6 ਬਾਰਡਰ ਜ਼ਿਲ੍ਹਿਆਂ ਵਿੱਚ ਵਸਦੇ ਸਿੱਖਾਂ ਨੂੰ ਉਜਾੜਨ ਦੀ ਯੋਜਨਾ ਤਾਂ ਨਹੀਂ ਬਣਾ ਰਹੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਇਸ ਵੇਲੇ ਮੋਦੀ ਹਕੂਮਤ, ਉਹਨਾਂ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਔਰ ਇੰਟੈਲੀਜੈਂਸ ਏਜੰਸੀਆਂ, ਜਿਨ੍ਹਾਂ ਦੇ ਵਿੱਚ ਅਜੀਤ ਡੋਵਲ ਉਹਨਾਂ ਦਾ ਮੇਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਔਰ ਪੰਜਾਬ ਚੋਂ ਵੀ ਦਿਨਕਰ ਗੁਪਤਾ ਜਿਸ ਨੂੰ ਇਹ NIA 'ਚ ਲੈ ਗਏ ਨੇ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਇਹ ਸਿੱਖ ਕੌਮ ਦੇ ਖਿਲਾਫ ਬਹੁਤ ਡੂੰਘੀਆਂ ਸਾਜ਼ਿਸ਼ਾਂ ਚੱਲ ਰਹੇ ਨੇ। ਫਰਵਰੀ 'ਚ ਅਸੈਂਬਲੀ ਚੋਣਾਂ ਤੋਂ ਠੀਕ ਪਹਿਲਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਇਹ ਕਹਿ ਕੇ ਕਿ ਜੀ ਡਰੋਨ ਔਰ ਦੂਸਰਿਆਂ ਰਾਹੀਂ ਬੜਾ ਕੁਛ ਆ ਰਿਹਾ ਹੈ ਔਰ ਸਟੇਟ ਉਹਨੂੰ ਨਿਪਟਣ 'ਚ ਅਸਫਲ ਹੈ, ਇਸ ਲਈ ਉਹਨਾਂ ਦਾ ਦਾਇਰਾ BSF ਔਰ ਸਿਕਿਉਰਿਟੀ ਦਸਤਿਆਂ ਦਾ ਜਿਹੜਾ ਹੈ ਉਹ ਆਲਮੋਸਟ 25,000 ਸਕੁਅਰ ਕਿਲੋਮੀਟਰ ਕਰ ਦਿੱਤਾ ਗਿਆ। ਸੋ ਨਤੀਜੇ ਦੇ ਤੌਰ 'ਤੇ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਬਾਰਡਰ ਜ਼ਿਲ੍ਹੇ ਨੇ, 6 ਜ਼ਿਲ੍ਹੇ ਇਸ ਵੇਲੇ ਜਿਹੜੇ ਪੰਜਾਬ ਦੇ ਬਾਰਡਰ ਜ਼ਿਲ੍ਹੇ ਨੇ ਪਾਕਿਸਤਾਨ ਨਾਲ ਲੱਗਦੇ, ਉਹਨਾਂ ਦੇ ਵਿੱਚ ਤਰਨਤਾਰਨ ਹੈ, ਅੰਮ੍ਰਿਤਸਰ ਹੈ, ਪਠਾਨਕੋਟ ਹੈ, ਫਿਰੋਜ਼ਪੁਰ ਹੈ, ਫਾਜ਼ਿਲਕਾ ਹੈ, ਇਹਨਾਂ ਸਾਰਿਆਂ ਨੂੰ ਉਹਨਾਂ ਨੇ, ਗੁਰਦਾਸਪੁਰ ਹੈ, ਇਹਨਾਂ ਸਾਰਿਆਂ ਨੂੰ ਜਿਹੜਾ ਆਲਮੋਸਟ ਇਹ ਟੈਰੀਟਰੀ 25,000, ਪੰਜਾਬ 50,300 ਸਕੁਅਰ ਕਿਲੋਮੀਟਰ ਦੇ ਨੇੜੇ ਤੇੜੇ ਹੈ। ਸੋ ਆਲਮੋਸਟ ਅੱਧਾ ਪੰਜਾਬ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਇਸ ਲੈਵਲ ਦੇ ਉੱਤੇ ਹਵਾਲੇ ਕੀਤਾ ਜਾਂਦਾ ਹੈ, ਫਿਰ ਉਹਨਾਂ ਕੋਲ ਰਾਈਟ ਹੁੰਦੇ ਨੇ, ਉਹ ਕਿਸੇ ਵੀ ਘਰ ਦੀ ਜਦੋਂ ਮਰਜ਼ੀ ਤਲਾਸ਼ੀ ਲੈ ਲੈਣ, ਕਿਸੇ ਨੂੰ ਗੋਲੀ ਮਾਰ ਦੇਣ, ਕਿਸੇ ਦੇ ਉੱਤੇ ਧਾਵਾ ਬੋਲ ਦੇਣ, ਕਿਸੇ ਪ੍ਰਾਪਰਟੀ ਨੂੰ ਅਨੈਕਸ ਕਰ ਲੈਣ। ਸੋ ਇਸ ਕਿਸਮ ਦੇ ਹਕੂਕਾਂ ਨਾਲ ਜਿਹੜਾ ਅੱਧਾ ਪੰਜਾਬ ਆਲਰੇਡੀ, ਕਿਉਂਕਿ ਇਹ ਇਸ ਲਈ ਉਹਨਾਂ ਨੇ ਕੀਤਾ ਕਿਉਂਕਿ ਅੰਡਰ ਦਾ ਕਨਸਟੀਟਿਊਸ਼ਨ ਲਾ ਐਂਡ ਆਰਡਰ ਜਿਹੜਾ ਇਹ ਸਟੇਟ ਦਾ ਸਬਜੈਕਟ ਹੈ, ਔਰ ਫੌਜ ਜਾਂ ਕੇਂਦਰੀ ਦਸਤੇ ਜਿਹੜੇ ਨੇ, ਸੈਂਟਰਲ ਰਿਜ਼ਰਵ ਪੁਲਿਸ ਫੋਰਸ ਜਾਂ ਦੂਸਰੇ, ਸਿਰਫ ਉਦੋਂ ਹੀ ਆ ਸਕਦੇ ਹੁੰਦੇ ਨੇ ਜਦੋਂ ਡਿਪਟੀ ਕਮਿਸ਼ਨਰ ਦੇ ਕੋਲ ਅਥਾਰਟੀ ਹੁੰਦੀ ਹੈ ਕਿ ਜੇ ਜ਼ਿਲ੍ਹੇ ਦੇ ਵਿੱਚ ਕੋਈ ਸਿਚੁਏਸ਼ਨ ਉਸ ਦੇ ਕੰਟਰੋਲ 'ਚ ਉਹਨੂੰ ਲੱਗਦਾ ਹੈ ਕਿ ਵੀ ਪੁਲਿਸ ਫੋਰਸ ਉਹਨੂੰ ਨਹੀਂ ਕਰ ਸਕਦੀ, ਤਾਂ ਉਹ ਉਹਨਾਂ ਨੂੰ ਕਰ ਸਕਦਾ। ਅਤੇ ਵੱਡੇ ਹਾਲਾਤ 'ਚ ਜਿਵੇਂ ਪੰਜਾਬ ਦੇ ਵਿੱਚ ਫੌਜੀ ਇਹਨਾਂ ਨੇ ਹਮਲਾ ਕੀਤਾ ਜੂਨ 84 ਦਾ, ਉਦੋਂ ਸਟੇਟ ਲੈਵਲ ਦੇ ਉੱਤੇ ਗਵਰਨਰ ਰੂਲ ਲਾ ਕੇ ਸਿੱਧੇ ਤੌਰ ਦੇ ਉੱਤੇ ਉਹਦੇ 'ਚ ਵੀ ਜਿਸ ਜ਼ਿਲ੍ਹੇ 'ਚ ਅੰਮ੍ਰਿਤਸਰ 'ਚ ਉਹਨਾਂ ਨੇ ਹਮਲਾ ਕਰਨਾ ਸੀ ਦਰਬਾਰ ਸਾਹਿਬ 'ਤੇ ਡਿਪਟੀ ਕਮਿਸ਼ਨਰ ਦੇ ਦਸਤਖਤ ਜ਼ਰੂਰੀ ਹੁੰਦੇ ਨੇ ਕਿ ਭਾਈ ਲਾ ਐਂਡ ਆਰਡਰ ਦੇ ਲਈ ਫੌਜ ਦੀ ਲੋੜ ਹੈ। ਪਰ ਜਦੋਂ ਤੁਸੀਂ ਉਸ ਏਰੀਆ ਨੂੰ ਨੋਟੀਫਾਈ ਕਰ ਦਿੰਦੇ ਹੋ, ਫਿਰ ਉਹ ਸਟੇਟ ਦੇ ਪਰਵਿਊ 'ਚ ਨਹੀਂ ਹੈ। ਅੱਧਾ ਪੰਜਾਬ ਇਸ ਵੇਲੇ ਸਿੱਧੇ ਤੌਰ ਦੇ ਉੱਤੇ ਜਿਹੜਾ ਉਹਨੂੰ ਸੈਂਟਰ ਗਵਰਨ ਕਰ ਰਹੀ। ਫਿਰ ਅਸੀਂ ਦੂਸਰਾ ਪਾਰਟ ਦੇਖਿਆ ਕਿ ਭਾਈ ਕਿਵੇਂ ਉਹਨਾਂ ਨੇ ਚੰਡੀਗੜ੍ਹ ਦੇ ਹਵਾਲੇ ਨਾਲ IPS ਆਫਿਸਰ ਵੀ ਜਿਹੜਾ ਪੰਜਾਬ ਆਪਣਾ ਲਾਇਆ, ਔਰ ਉਹਨਾਂ ਨੇ ਉਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਨੇ ਆਪਣੀਆਂ ਡਾਇਰੈਕਟ ਜਿਹੜੀਆਂ ਪੰਜਾਬ ਉਹ ਕੋਟਾ ਕੱਟਿਆ। ਸੋ ਮਤਲਬ ਇਹ ਸੀ ਕਿ ਚੰਡੀਗੜ੍ਹ ਜਿਹੜਾ ਆਲਰੇਡੀ ਯੂਨੀਅਨ ਟੈਰੀਟਰੀ ਹੈ ਉਸ ਦੇ ਉੱਤੇ ਵੀ ਆਪਣਾ ਹਕੂਕ।
ਫਿਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜੇ 2 ਨੁਮਾਇੰਦੇ ਪੰਜਾਬ ਦੇ ਹੁੰਦੇ ਸੀ, ਉਹ ਸੈਂਟਰ ਨੇ ਸਿੱਧੇ ਤੌਰ ਤੇ ਆਪਣੇ ਲਾ ਕੇ ਉਹਦੇ 'ਚ ਵੀ ਉਹਨਾਂ ਹਕੂਕਾਂ ਨੂੰ ਜਿਹੜਾ ਉਹ ਖਤਮ ਕਰ ਦਿੱਤਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਪਾਰਟ ਖਾਸ ਤੌਰ ਤੇ ਸਰਹੱਦੀ ਜ਼ਿਲ੍ਹਿਆਂ ਦੇ, ਔਰ ਜਦੋਂ ਅਸੀਂ 2 ਦਿਨ ਪਹਿਲਾਂ ਵੀ ਜ਼ਿਕਰ ਕੀਤਾ ਕਿ ਵੀ ਮੈਂ ਕਿਹਾ ਮੈਨੂੰ ਨਜ਼ਰ ਆ ਰਿਹਾ ਕਿ ਜਿਵੇਂ 80s ਦੇ ਵਿੱਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਸੀ ਔਰ 3-4 ਸਾਲ ਉਹ ਮਾਹੌਲ ਸਿਰਜਿਆ ਔਰ ਫਿਰ ਫੁੱਲ ਸਕੇਲ ਫੌਜੀ ਹਮਲਾ ਹੋਇਆ ਕਿ ਇਸ ਕਿਸਮ ਦਾ ਨਜ਼ਰ ਆ ਰਿਹਾ ਵੀ ਕੀ ਹੋ ਰਿਹਾ। ਔਰ ਖਬਰਾਂ ਇਹ ਪਲਾਂਟ ਹੋ ਰਹੀਆਂ ਸੀ ਜਾਂ ਹੋ ਰਹੀਆਂ ਨੇ ਕਿ ਜੀ ਇੰਨੇ ਡਰੋਨ 2022 ਚ 4 ਗੁਣਾ ਡਰੋਨ ਵੱਧ ਗਏ, 600 ਦੇ ਕਰੀਬ ਇੰਨੇ ਸ਼ੂਟ ਡਾਊਨ ਕਰ ਲਏ BSF ਨੇ, ਇੰਨੀਆਂ ਉਹਦੇ ਚ ਡਰੱਗ ਸੀ, ਇੰਨਾ ਅਸਲਾ ਸੀ। ਇਹ ਸਾਰੀਆਂ ਕਹਾਣੀਆਂ ਲਗਾਤਾਰਤਾ ਨਾਲ ਚੱਲ ਰਹੀਆਂ। ਬਿਲਕੁਲ। ਪਰ ਅੱਜ ਜਿਹੜੀ ਇਹ ਖਬਰ ਮੈਂ ਦੇਖਦਿਆਂ ਮੇਰਾ ਮੱਥਾ ਠਣਕਿਆ ਕਿ ਵੀ ਇਹਨਾਂ ਨੇ ਇਹ ਦੇਖ ਲਿਆ ਕਿ ਇੱਕ ਪਾਸੇ ਤਾਂ ਪੰਜਾਬ 'ਚ ਵੱਡੇ ਪੈਮਾਨੇ ਦੇ ਉੱਤੇ ਯੂਪੀ ਬਿਹਾਰ ਤੋਂ ਜਿਹੜੇ ਲੋਕ ਨੇ ਉਹਨਾਂ ਦੀ ਸੈਟਲਮੈਂਟ ਕੀਤੀ ਜਾ ਰਹੀ। ਚਲੋ ਕੰਮ ਦੇ ਲਈ ਕੋਈ ਆਂਦਾ ਚਲਾ ਜਾਂਦਾ ਹੈ ਔਰ ਇਹ ਬਰਾਬਰ ਜਾਰੀ ਹੈ, ਡੈਮੋਗ੍ਰਾਫਿਕਸ ਚੇਂਜ ਹੋ ਰਹੀਆਂ ਨੇ। ਔਰ ਈਵਨ 2 ਦਿਨ ਪਹਿਲਾਂ ਹੀ ਜਿਹੜਾ ਖਾਲਸਾ ਵਹੀਰ ਦੇ ਥੱਲੇ ਇੱਕ ਖਬਰ ਸੀ, ਹੁਣ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਔਰ ਸ਼੍ਰੋਮਣੀ ਕਮੇਟੀ ਵੱਲੋਂ ਬਣਾਇਆ ਗਿਆ ਔਰ ਉਹਦੇ 'ਚ ਸਾਹਮਣੇ ਆਇਆ ਕਿ ਵੀ ਜਿਹੜੇ ਕੁਝ ਸਿੱਖ ਵਿਦਿਆਰਥੀ ਸੀ ਉਹਨਾਂ ਨੇ ਆ ਕੇ ਅਪਰੋਚ ਕੀਤਾ ਇਹਨਾਂ ਖਾਲਸਾ ਵਹੀਰ ਅੰਮ੍ਰਿਤਪਾਲ ਸਿੰਘ ਨੂੰ ਕਿ ਜੀ 80% ਜਿਹੜੇ ਸਟੂਡੈਂਟ ਨੇ ਸਾਡੇ ਉਹ ਯੂਪੀ ਬਿਹਾਰ ਦੇ ਨੇ, ਉਹ ਬੀੜੀਆਂ ਪੀਂਦੇ ਆ, ਸ਼ਰਾਬ ਪੀ ਕੇ ਨੰਗੇ ਹੋ ਕੇ ਨੱਚ ਰਹੇ ਨੇ ਡੀਜੇ ਲਾ ਕੇ। ਔਰ ਇਹ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਸੀ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਕਮੇਟੀ ਦਾ ਕਾਲਜ। ਉਹ ਉੱਥੇ ਪਹੁੰਚੇ ਵੀ ਔਰ ਉਹਨਾਂ ਨੇ ਵਾਰਨ ਵੀ ਕੀਤਾ, ਪ੍ਰਿੰਸੀਪਲ ਨੂੰ ਵੀ ਵਾਰਨ ਕੀਤਾ। ਸੋ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਔਰ ਇਸ ਤੋਂ ਪਹਿਲਾਂ ਅਸੀਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਹਵਾਲੇ ਨਾਲ ਦੇਖਿਆ ਕਿ ਇਸ ਵੇਲੇ ਵੱਡੀ ਗਿਣਤੀ 'ਚ ਇਹੀ ਨਹੀਂ ਕਿ ਜਦੋਂ ਅਸੀਂ ਕਹਿੰਦੇ ਹਾਂ ਜੀ ਲੇਬਰ ਆ ਰਹੀ ਹੈ ਜਾਂ ਫਲਾਣਾ ਹੈ ਜਾਂ ਉਹਨਾਂ ਨੂੰ ਕਾਲੋਨੀਜ਼ ਬਣਾ ਕੇ ਦਿੱਤੀਆਂ ਜਾ, ਹੁਣ ਇੱਕ ਪਾਸੇ ਤਾਂ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ। ਜਿਹੜੇ ਆਲਰੇਡੀ ਬੈਠੇ ਨੇ, ਜੋ ਕੁਝ ਪੰਜਾਬ ਦੀ ਹਕੂਮਤ ਨੇ ਇੰਪਰੂਵਮੈਂਟ ਟਰਸਟ ਜਲੰਧਰ ਰਾਹੀਂ ਲਤੀਫਪੁਰ ਪਿੰਡ ਦੇ ਵਿੱਚ ਕੀਤਾ ਕਿ 47 ਦੇ ਉਜੜੇ ਸਿੱਖ ਜਿਨ੍ਹਾਂ ਨੇ ਆ ਕੇ ਜਿਸ ਮਹੱਲੇ 'ਚ ਲੀਗਲ ਸੀ ਇਲੀਗਲ ਸੀ ਉਹਨੂੰ ਛੱਡ ਵੀ ਦਈਏ, ਉਹਦੇ ਤੇ ਬੁਲਡੋਜ਼ ਉਹਨੂੰ ਕਰ ਦਿੱਤਾ। ਉਹਨਾਂ ਨੂੰ ਬਿਲਕੁਲ ਮੌਕਾ ਵੀ ਨਹੀਂ ਦਿੱਤਾ ਵੀ ਆਪਣੀਆਂ ਚੀਜ਼ਾਂ ਕੱਢ ਸਕਣ। ਔਰ ਇਹਦੇ ਬਾਵਜੂਦ ਕਿ ਇੰਨੇ ਲੋਕ ਇਨਵੋਲਵ ਨੇ, ਸਿਆਸੀ ਇਸ਼ੂ ਵੀ ਬਣਿਆ, ਉਹਨਾਂ ਨੂੰ ਅਜੇ ਤੱਕ ਉੱਥੇ ਉਹ ਦੁਬਾਰਾ ਸੈਟਲ ਕਰਨ ਨੂੰ ਤਿਆਰ ਨਹੀਂ ਨੇ, ਉਹਨਾਂ ਨੂੰ ਬਿਲਕੁਲ ਉਜਾੜ ਕੇ ਰੱਖ ਦਿੱਤਾ। ਹੁਣ ਇਹ ਨੀਤੀਆਂ ਇੱਕ ਲੈਵਲ ਤੇ ਨਹੀਂ ਬਣ ਰਹੀਆਂ ਹੁੰਦੀਆਂ। ਹੁਣ ਜਦੋਂ ਤੁਸੀਂ ਭਗਵੰਤ ਮਾਨ ਜਦੋਂ ਦਿੱਲੀ 'ਚ ਸੋ ਕਾਲਡ ਵੀਰ ਬਾਲ ਦਿਵਸ ਦੇ ਮੌਕੇ ਜਿਹੜਾ ਉਹ ਨੁਮਾਇੰਦਗੀ ਕਰ ਰਿਹਾ ਪੰਜਾਬ ਦੀ, ਕੋਈ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਸਿੱਖ ਸਕਾਲਰ ਜਾਂ ਕੋਈ ਨਹੀਂ, ਤੁਸੀਂ ਉਹਦੀ ਬਾਡੀ ਕੈਮਿਸਟਰੀ ਦੇਖੋ। ਜਿਵੇਂ ਉਹ ਮਨਜਿੰਦਰ ਸਿਰਸੇ ਦੇ ਨਾਲ ਬੈਠਾ ਜਿਹੜਾ BJP ਦਾ ਦੁਮਛੱਲ ਹੈ, ਔਰ ਜਿਵੇਂ ਉਹਨੇ ਭਗਵੰਤ ਮਾਨ ਨੇ ਮੋਦੀ ਦੀ ਤਾਰੀਫ ਕੀਤੀ ਜਿਸ ਕਿਸਮ ਦਾ, ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇਕੱਲਾ ਇਹੀ ਨਹੀਂ ਕੇਜਰੀਵਾਲ ਜਾਂ ਕਿਉਂਕਿ ਇਹਨੂੰ ਵੀ ਇਹਦੇ ਮੂੰਹ ਨੂੰ ਹੁਣ ਲਹੂ ਲੱਗ ਗਿਆ ਪਹਿਲਾਂ ਤਾਂ ਕੇਜਰੀਵਾਲ ਦੇ ਪੈਰੀਂ ਪੈ ਕੇ ਇਹਨੇ ਚੀਫ ਮਿਨਿਸਟਰੀ ਲਈ ਹੈ, ਤੇ ਜੇ ਇਹਨੂੰ ਈਵਨ BJP ਨਾਲ ਅਲਾਇੰਸ ਕਰਕੇ ਉਹਦੀ ਚੀਫ ਮਿਨਿਸਟਰੀ ਕਾਇਮ ਰਹਿਣ ਦੀ ਗੱਲ ਹੋਏਗੀ ਤਾਂ ਹੀ ਵਿਲ ਗੋ ਫॉर। ਔਰ ਉਹ ਸਭ ਕੁਝ ਉਹ ਕਰ ਰਿਹਾ ਜੋ ਸੈਂਟਰ ਦੀਆਂ ਏਜੰਸੀਆਂ ਚਾਹੁੰਦੀਆਂ ਨੇ। ਉਹ ਇਸ ਵੇਲੇ ਹਰ ਨੀਤੀ ਜਿਹੜੀ ਹੈ, ਔਰ ਇਹੀ ਕਾਰਨ ਹੈ ਕਿ ਅਸੀਂ ਦੇਖ ਰਹੇ ਹਾਂ ਵੀ ਇੱਕ ਤੋਂ ਬਾਅਦ ਇੱਕ ਨੀਤੀ ਜਿਹੜੀ ਹੈ ਉਹ ਪੰਜਾਬ ਮਾਰੂ ਸਿੱਖ ਮਾਰੂ ਨੀਤੀ ਹੈ। ਲੇਕਿਨ ਜਿਹੜੀ ਖਬਰ ਨੇ ਮੇਰਾ ਮੱਥਾ ਅੱਜ ਹੋਰ ਵੀ ਠਣਕਾਇਆ, ਖਬਰ ਹੈ patriotic citizen in border villages can provide permanent security at borders, ਅਮਿਤ ਸ਼ਾਹ। ਹੁਣ ਇਹ ਅਮਿਤ ਸ਼ਾਹ BSF ਦੇ ਇੱਕ ਜਿਹੜਾ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦਾ ਹਵਾਲਾ ਦੇ ਕੇ ਕਿਸੇ ਜਿਹੜਾ ਉਹ ਕੋਈ ਪ੍ਰਹਾਰੀ ਐਪ ਹੈ ਬਾਰਡਰ ਸਿਕਿਉਰਿਟੀ ਫੋਰਸ ਨੇ ਲਾਂਚ ਕੀਤੀ। ਉਸ ਮੌਕੇ ਦੇ ਉੱਤੇ ਹੁਣ ਇਹਦੀ ਐਗਜ਼ੈਕਟ ਜਿਹੜੀ ਹੈ ਉਹਦੇ ਅਲਫਾਜ਼ ਇਹ ਨੇ, यूनियन होम मिनिस्टर अमित शाह said on Thursday, कल दी खबर है उत्थे क्योंकि ऑलरेडी 10:30 घंटे अगे है, तो अज साढ़े Thursday that borders can be permanently secured only when border villages are populated by patriotic citizens who are concerned for the country। उन्हें कहा जी बॉर्डर जड़े ने हुण ज़ाहिर है वो गल कर रहे हैं बॉर्डर दी, ਪੰਜਾਬ ਦੇ 6 ਜ਼ਿਲ੍ਹੇ ਬਾਰਡਰਿੰਗ, ਕਿ ਵੀ ਉਹ ਤਾਂ ਹੀ ਸਿਕਿਉਰ ਹੋ ਸਕਣਗੇ
ਕਿ ਜਿਹੜੇ ਦੇਸ਼ ਭਗਤ ਸ਼ਹਿਰੀ ਨੇ ਉਹ ਉੱਥੇ ਵਸਦੇ ਹੋ। ਹੁਣ ਇਹ ਇੱਕ ਇਹਦੇ 'ਚ ਤੁਸੀਂ ਆਉਣ ਵਾਲੇ ਪੀਰੀਅਡ ਦੇਖੋਗੇ ਕੋਈ ਨਾ ਕੋਈ ਇਹਨਾਂ ਦਾ ਡਰਾਫਟ ਤਿਆਰ ਹੋ ਰਿਹਾ ਹੈ ਪੰਜਾਬ ਦੇ ਬਾਰਡਰ ਇਲਾਕੇ ਦੇ ਵਿੱਚ, ਕਿਉਂਕਿ ਸਿੱਖ ਬੈਠੇ ਹੋਏ ਨੇ ਜੀ। ਉਹ ਇਹਨਾਂ ਨੂੰ ਲੱਗਦਾ ਹੈ ਵੀ ਜਦੋਂ ਵੀ ਅਸੀਂ ਕੋਈ ਕ੍ਰੈਕਡਾਊਨ ਸਿੱਖਾਂ ਤੇ ਅਗਲੀ ਨਸਲਕੁਸ਼ੀ ਦਾ ਕੀਤਾ ਬਾਰਡਰ ਏਰੀਆਜ਼ ਦੇ ਵਿੱਚ ਜਿਹੜੀ ਹੈ, ਔਰ ਆਲਰੇਡੀ ਖਾਲਿਸਤਾਨ ਦੀ ਜਦੋਂ ਤਹਿਰੀਕ ਵੀ 80s ਚੱਲੀ ਹੈ, ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਇਹਨਾਂ ਜ਼ਿਲ੍ਹਿਆਂ ਦੇ ਨੌਜਵਾਨ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਗੁਰਦਾਸਪੁਰ ਆਬਵੀਅਸਲੀ ਉੱਭਰ ਕੇ ਸਾਹਮਣੇ ਆਏ। ਹੁਣ ਇਹ ਕੁਛ ਨਾ ਕੁਛ ਐਸਾ ਫਿਰ ਉਹ ਕਹਿ ਰਿਹਾ ਕਿ ਬੂਟਸ ਔਨ ਦਾ ਗਰਾਊਂਡ ਐਂਡ ਫੈਂਸਿੰਗ ਵਰ ਨੈਸੈਸਰੀ but borders can be truly secured when we create villages with people who are concerned for the country। ਹੁਣ ਆਲਰੇਡੀ ਕੰਡਿਆਲੀ ਤਾਰ ਲਾਈ ਹੋਈ ਹੈ, BSF ਫੌਜ ਜਿਹੜੀ ਹੈ ਉੱਥੇ ਲਿਆ ਕੇ ਬਿਠਾਈ ਹੈ। ਉਹਨੇ ਕਿਹਾ ਜੀ ਬੇਸ਼ੱਕ ਵਾਇਰ ਵੀ ਬੜੀ ਜ਼ਰੂਰੀ ਸੀ, ਲਾ ਦਿੱਤੀ, ਇਹ ਵੀ ਕਰ ਦਿੱਤੀ, ਪਰ ਇਹ ਸਿਕਿਉਰ ਨਹੀਂ ਹੋ ਰਿਹਾ ਜਿਹੜਾ ਬਾਰਡਰ ਹੈ। ਉਦੋਂ ਹੀ ਹੋਏਗਾ ਕਿ ਜਿਹੜੇ ਮੁਲਕ ਦੇ ਵਫਾਦਾਰ ਨੇ ਜਦੋਂ ਤੱਕ ਉਹ ਇੱਥੇ ਨਹੀਂ ਵਸਦੇ। ਹੁਣ ਇਹ ਕਿਹਨੂੰ ਕਿਹਾ ਜਾ ਰਿਹਾ? ਇਹ ਮੈਸੇਜ ਇਹੀ ਦਿੱਤਾ ਜਾ ਰਿਹਾ ਕਿ ਭਾਈ ਅਸੀਂ ਇੱਥੋਂ ਇਹਨਾਂ ਨੂੰ ਅਪਰੂਟ ਕਰਨਾ, ਇੱਥੇ ਲਿਆ ਕੇ ਅਸੀਂ ਉਸ ਕਿਸਮ ਦੇ ਲੋਕ ਵਸਾਣੇ ਨੇ। ਔਰ ਫਿਰ ਕਿਉਂਕਿ ਇਹ ਜਿਹੜਾ ਉਹਦੇ ਨਾਲ ਉਸਨੇ ਦਾ ਬਜਟ ਪ੍ਰੋਵੀਜ਼ਨ ਔਰ ਇੱਧਰ ਉੱਧਰ ਦੀ ਗੱਲ ਕੀਤੀ, ਔਰ ਇਹ ਉਹਨੇ ਕਿਹਾ ਕਿ ਜੀ ਬਾਰਡਰ ਏਰੀਆ 'ਚ ਵੈਲਫੇਅਰ ਪ੍ਰੋਗਰਾਮ ਵੀ ਹੋਣੇ ਚਾਹੀਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਉਹਨੇ ਕਿਹਾ ਕਿ ਜੀ in the past 6 months the BSF has shot down 22 drones unmanned aerial vehicles along the Pakistan border। ਔਰ ਉਹਨੇ ਕਿਹਾ ਜੀ ਦੇਖੋ BSF ਨੇ ਜਿਹੜੇ ਨੇ 22 ਡਰੋਨ ਮਾਰ ਗਿਰਾਏ ਨੇ, ਡੇਗ ਲਏ ਨੇ। He added that 26,000 kilogram of narcotics and 2,500 arms and ammunition were recovered by the BSF in the past 3 years। ਔਰ ਇਹ ਸਾਰੇ ਤੋਂ ਇਹ ਜਦੋਂ ਤੁਸੀਂ ਹੁਣ ਇਸ ਖਬਰ ਨੂੰ ਕਿ ਜੀ ਇਹ ਡਿੱਗੇ ਦੂਜੇ, ਔਰ ਅਮਿਤ ਸ਼ਾਹ ਕਹਿ ਰਿਹਾ ਕਿ ਜੀ ਬਾਰਡਰਸ ਤੇ ਭਾਵੇਂ ਤੁਸੀਂ ਜਿੰਨਾ ਮਰਜ਼ੀ ਕਰ ਲਓ, ਤਾਰ ਲਾ ਲਓ ਜਾਂ ਬੂਟਸ ਔਨ ਦਾ ਗਰਾਊਂਡ ਹੋ, ਪਰ ਪਰਮਾਨੈਂਟਲੀ ਤੁਸੀਂ ਉਦੋਂ ਹੀ ਸਿਕਿਉਰ ਕਰ ਸਕਦੇ ਹੋ when you have patriotic citizens in the border villages। ਇਸ ਤੋਂ ਜ਼ਾਹਰ ਹੈ ਕਿ ਭਾਈ ਕੁਛ ਨਾ ਕੁਛ ਐਸਾ ਰਿਝ ਰਿਹਾ ਕਿ ਇਹਨਾਂ ਨੇ ਸਿੱਖਾਂ ਨੂੰ ਉੱਥੋਂ ਅਪਰੂਟ ਕਰਨਾ ਹੈ, ਲਿਆ ਕੇ ਦੂਸਰੇ ਵਸਾਣੇ ਨੇ। ਔਰ ਇਹ ਪਹਿਲਾਂ ਰਿਵਰਸ ਸੀ। ਤੁਸੀਂ ਇਹ ਦੇਖੋਗੇ ਕਿ 1965 ਦੀ ਭਾਰਤ ਪਾਕਿਸਤਾਨ ਵਾਰ ਦੇ ਵਿੱਚ ਇਧਰਲੇ ਬਾਰਡਰ ਵੈਸਟਰਨ ਬਾਰਡਰ ਤੋਂ ਤਾਂ ਆਲਮੋਸਟ ਇਕੁਅਲ ਜਿਹਾ ਹੀ ਰਿਹਾ। ਕੁਛ ਏਰੀਆ ਉਹਨਾਂ ਨੇ ਲਿਆ, ਕੁਛ ਇੰਡੀਆ ਨੇ ਲਿਆ, ਕੁਛ ਪਾਕਿਸਤਾਨ ਨੇ। ਲੇਕਿਨ ਕੱਛ ਏਰੀਆ ਦੇ ਵਿੱਚ ਜਿਹੜਾ ਸੀ ਰਨ ਆਫ ਕੱਛ ਜਿਹਨੂੰ ਕਹਿੰਦੇ ਨੇ, ਉਸ ਏਰੀਆ 'ਚ ਪਾਕਿਸਤਾਨ ਦੀ ਜਿਹੜੀ ਹੈ ਉਹ ਕਾਫੀ ਐਡਵਾਂਸ ਹੋਈ। ਉਹਨਾਂ ਨੇ ਗੁਜਰਾਤ ਦੇ ਵਿੱਚ ਜਿਹੜਾ ਬਾਰਡਰ ਸੀ ਉਹਦੇ 'ਚ ਉਹਨਾਂ ਨੇ ਕਾਫੀ ਏਰੀਆ ਪਾਕਿਸਤਾਨ ਨੇ ਆਕੂਪਾਈ ਕੀਤਾ, ਕੱਛ ਔਰ ਦੂਸਰੇ ਇਲਾਕੇ 'ਚ ਨਾਲ ਲੱਗਦੇ। ਹੁਣ ਇਹ ਕਿਉਂ, ਮੈਂ ਜਦੋਂ ਅਮਿਤ ਸ਼ਾਹ ਦੀ ਇਹ ਸਟੇਟਮੈਂਟ ਦੇਖੀ ਤਾਂ ਦੂਜੇ, ਹੁਣ ਕਿਉਂਕਿ ਲਾਲ ਬਹਾਦਰ ਸ਼ਾਸਤਰੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਤੇ ਉਹਨੇ ਦੇਖਿਆ ਕਿ ਭਾਈ ਇਹ ਜੇ ਤਾਂ ਸਿੱਖ ਸੀ ਵੈਸਟਰਨ ਬਾਰਡਰ ਤੇ ਜਾਂ ਦੂਜੇ, ਉਹਨਾਂ ਨੇ ਤਾਂ ਅੱਗੇ ਵੱਧ ਕੇ ਜਿਹੜਾ ਉਹ ਫੌਜ ਦੀ ਵੀ ਮਦਦ ਕੀਤੀ ਔਰ ਕੋਈ ਡਰ ਕੇ ਭੱਜਣ ਵਾਲਾ ਕੰਮ ਹੀ ਨਹੀਂ ਸੀ। ਇਸ ਲਈ ਬਰਾਬਰ ਦੀ ਟੱਕਰ ਰਹੀ ਤੇ ਗੁਜਰਾਤੀ ਤਾਂ ਜਿਹੜੇ ਨੇ ਉਹ ਛੱਡ ਕੇ ਦੌੜ ਗਏ ਜਾਂ ਦੂਜੇ। ਲਾਲ ਬਹਾਦਰ ਸ਼ਾਸਤਰੀ ਨੇ ਹੀ ਇਹ ਫਿਰ ਸਕੀਮ ਕੱਢੀ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਲਿਜਾ ਕੇ ਉਸ ਕੱਛ ਔਰ ਉਸ ਏਰੀਆ ਦੇ ਵਿੱਚ ਆਬਾਦ ਕੀਤਾ ਜਾਏ। ਔਰ ਮਕਸਦ ਇਹੀ ਸੀ ਕਿ ਤਾਂ ਕਿ ਬਾਰਡਰ ਸੇਫ ਹੋਣਗੇ, ਲੈਂਡ ਬਾਰਡਰ। ਔਰ ਨਤੀਜਾ ਸਿੱਖ ਗਏ, ਬਿਲਕੁਲ ਰੇਤਲਾ ਇਲਾਕਾ ਸੀ ਦੂਜਾ, ਪਰ ਉਹਨਾਂ ਨੇ ਇਹ ਦੇਖਿਆ ਇਧਰੋਂ ਜਿਹੜੇ ਪੰਜਾਬ ਦੇ ਫਿਰੋਜ਼ਪੁਰ ਫਾਜ਼ਿਲਕਾ ਬੈਲਟ ਤੋਂ ਗਏ ਸੀ, ਉਹਨਾਂ ਨੂੰ ਪਤਾ ਹੈ ਵੀ ਰੇਤਲੀ ਜ਼ਮੀਨ ਦੇ ਵਿੱਚ ਜਿਹੜਾ ਕਪਾਹ ਜਿਹਨੂੰ ਨਰਮਾ ਕਿਹਾ ਜਾਂਦਾ ਹੈ ਉਹ ਹੁੰਦਾ ਹੈ। ਉਹਨਾਂ ਨੇ ਇੰਨੀ ਜ਼ਬਰਦਸਤ ਖੇਤੀ ਔਰ ਦੂਜੇ ਕਰਕੇ ਜ਼ਮੀਨਾਂ ਆਬਾਦ ਕਰ ਲਈਆਂ ਕਿ ਜਿਹੜਾ ਗੁਜਰਾਤ ਦੀ ਕੱਛ ਔਰ ਉਹ ਸਾਰੀ ਬੈਲਟ ਹੈ ਉਹ ਉਸ ਖਿੱਤੇ ਦਾ ਸਭ ਤੋਂ ਵੱਡਾ ਜਿਹੜੀ ਹੈ ਕਾਟਨ ਮੰਡੀ ਬਣ ਗਈ। ਔਰ 50 ਸਾਲ ਉਹ 65 ਤੋਂ ਬਾਅਦ ਹਾਲਾਂਕਿ ਸ਼ਾਸਤਰੀ ਦੀ ਮੌਤ ਹੋ ਗਈ, 66-67 ਤੱਕ ਪਹੁੰਚਦੇ हैं, ਲੇਕਿਨ ਉਸ ਸਕੀਮ ਦੇ ਥੱਲੇ ਸਿੱਖ ਕਿਸਾਨ ਗਏ ਜਿਨ੍ਹਾਂ ਦੀ ਮੈਜੋਰਟੀ ਸਿੱਖ ਨੇ, ਕੁਛ ਹਰਿਆਣਵੀ ਜਾਟ ਵੀ ਨੇ। ਔਰ 50 ਸਾਲ ਬਾਅਦ ਜਿਹੜਾ ਉਹਨਾਂ ਨੂੰ ਜਦੋਂ ਇਹ 2002 ਦੇ ਵਿੱਚ ਚੀਫ ਮਿਨਿਸਟਰ ਬਣਦਾ, ਆਲਮੋਸਟ 35 ਸਾਲ ਹੋ ਗਏ ਸੀ, ਹੁਣ ਤਾਂ ਉਸ ਨੂੰ ਵੀ ਅੱਗੋਂ 15 ਸਾਲ ਹੋ ਗਏ। ਸੋ ਉਹਨਾਂ 50,000 ਦੇ ਕਰੀਬ ਸਿੱਖ ਕਿਸਾਨ ਉਹ ਜਿਹੜੇ ਸੈਟਲ ਹੋਏ, ਉਹਨਾਂ ਨੇ ਅੱਗੋਂ ਆਪਣੇ ਟੱਬਰ ਸੱਦ ਲਏ, ਜ਼ਮੀਨ ਹੋਰ ਨਾਲ ਲੈਣੀ ਸ਼ੁਰੂ ਕਰ ਦਿੱਤੀ
ਔਰ ਉਹ ਆਬਾਦ ਹੋ ਗਏ। ਔਰ ਇਹਨੇ ਜਿਹੜਾ ਮੋਦੀ ਨੇ ਔਰ ਅਮਿਤ ਸ਼ਾਹ ਨੇ ਇਸ ਗੱਲ ਦਾ ਧਿਆਨ ਰਹੇ, ਉੱਥੇ ਵੀ ਅਮਿਤ ਸ਼ਾਹ ਦਾ ਹੋਮ ਮਿਨਿਸਟਰ ਸੀ, ਇਹਨਾਂ ਨੇ ਕਿਹਾ ਜੀ ਇਹਨਾਂ ਤੋਂ ਜ਼ਮੀਨਾਂ ਖੋਵੋ, ਔਰ ਇਹਨਾਂ ਨੇ ਉਸ ਕਿਸਮ ਦਾ ਜਿਹੜਾ ਕੇਸ ਕੀਤਾ ਉਹਨਾਂ ਤੇ ਜੀ ਇਹ ਤਾਂ ਨੌਨ ਗੁਜਰਾਤੀ ਨੇ ਕਿੱਥੋਂ ਆਏ, ਹਾਲਾਂ ਪ੍ਰਧਾਨ ਮੰਤਰੀ ਸਕੀਮ ਦੇ ਤਹਿਤ ਹੀ ਉਹਨਾਂ ਨੂੰ ਵਸਾਇਆ, ਉਹ ਆਪ ਤਾਂ ਨਹੀਂ ਸੀ ਗਏ ਉੱਥੇ। ਸੋ ਉਹ ਕੇਸ ਜਿੱਤ ਵੀ ਗਏ ਗੁਜਰਾਤ ਦੇ ਹਾਈ ਕੋਰਟ ਦੇ ਵਿੱਚ, ਲੇਕਿਨ ਇਸ ਵੇਲੇ ਵੀ ਜਿਹੜਾ ਉਸ ਕੇਸ ਦੀ ਅਪੀਲ ਹੈ ਉਹ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ 'ਚ ਕੀਤੀ ਹੋਈ ਹੈ। ਔਰ ਇਸ ਪੀਰੀਅਡ 'ਚ ਮੋਦੀ ਅਮਿਤ ਸ਼ਾਹ ਦੇ ਗੁੰਡਿਆਂ ਨੇ ਉੱਥੇ ਜਿਵੇਂ ਸਿੱਖ ਕਿਸਾਨਾਂ ਨੂੰ ਹਰਾਸ ਕੀਤਾ, ਜਿਸ ਲੈਵਲ ਦੇ ਉੱਤੇ ਗੁੰਡਿਆਂ ਰਾਹੀਂ ਉਹਨਾਂ ਦਾ ਰਾਹ ਜਿਹੜਾ ਸੀ ਉਹਨੂੰ ਰੋਕ ਲੈਣਾ ਜਾਂ ਦੂਜਾ, ਸੋ ਇੱਕ ਔਰ ਇਹੀ ਇਹਨਾਂ ਨੂੰ ਇਹ ਸੀ ਕਿ ਭਈ ਅਸੀਂ ਉਦੋਂ ਸ਼ਾਸਤਰੀ ਨੋ ਮੈਟਰ ਉਹ ਇੱਕ ਪੈਟਰੀਓਟਿਕ ਇੰਡੀਅਨ ਸੀ, ਉਹਨੂੰ ਇਹ ਲੱਗਾ ਵੀ ਇੰਡੀਆ ਦੇ ਹੱਕ ਮਹਿਫੂਜ਼ ਤਾਂ ਹੀ ਹੁੰਦੇ ਨੇ ਕਿ ਜੇ ਗੁਜਰਾਤ ਬਾਰਡਰ ਦੇ ਉੱਤੇ ਵੀ ਸਿੱਖਾਂ ਨੂੰ ਬਿਠਾ ਦਿਓ ਕਿ 65 ਦੇ ਵਿੱਚ ਤਾਂ ਸਿੱਖਾਂ ਨੇ ਅਜੇ ਜੂਨ 84 ਨਹੀਂ ਨਾ ਦੇਖਿਆ ਹੋਇਆ ਸੀ, ਉਦੋਂ ਤੱਕ ਤਾਂ ਉਹਨਾਂ ਦੀ ਲਾਇਲਟੀ ਟੂ ਦਾ ਸਟੇਟ ਸੀ। ਹੁਣ ਹਾਲਾਤ ਇਹ ਬਣ ਗਏ ਨੇ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਵਾਲੇ ਸਿੱਖਾਂ ਨੂੰ ਉਜਾੜ ਦਿਓ ਇੱਥੋਂ, ਕਿਉਂਕਿ ਕੱਲ ਨੂੰ ਕੋਈ ਵੀ ਟਕਰਾਅ ਜਿਹੜਾ ਪਾਕਿਸਤਾਨ ਨਾਲ ਹੈ, ਹੁਣ ਸਿੱਖਾਂ ਨੇ ਇੰਡੀਆ ਦੇ ਲਈ ਨਹੀਂ ਲੜਨਾ ਹੈ, ਉਹ ਆਪਣੇ ਖਾਲਿਸਤਾਨ ਲਈ ਲੜਨਗੇ। ਔਰ ਇਸ ਸਾਰੇ ਦੇ ਥੱਲੇ ਕੁਛ ਨਾ ਕੁਛ ਕੁੱਕ ਹੋ ਰਿਹਾ ਡਰਟੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।